अस्सलाम वालेकुम दोस्तों, मैं ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਅੱਜ ਮੈਂ ਆਪਣੇ ਕਿਸਾਨ ਭਾਈਆਂ ਵਾਸਤੇ ਲਿਆ ਜਨਾਬ ਸਬਜ਼ੀ ਦੀ ਕਾਸ਼ਤ ਤੇ ਇਹ ਜਿਹੜੀ ਸਬਜ਼ੀ ਬੀਜੀ ਹੋਈ ਹੈ ਜਨਾਬ ਇਹ ਕੱਦੂ ਸ਼ਰੀਫ ਨੇ ਤੇ ਹਰੀ ਮਿਰਚ ਹੈਗੀ ਹੈ ਜਨਾਬ ਸਿਰਫ ਇਹ ਜਿਹੜੀ ਦੋ ਫਸਲਾਂ ਬੀਜੀਆਂ ਹੋਈਆਂ ਨੇ ਤੇ ਛਾਪਰ ਦੇ ਥੱਲੇ ਹੈਗੀਆਂ ਨੇ ਤੇ ਇਸ ਦੇ ਬਾਰੇ ਅਲੀ ਰਜ਼ਾ ਮੇਰਾ ਮਾਮੂ ਦਾ ਬੇਟਾ ਹੈ ਇਸ ਨੇ ਬੀਜਿਆ 1 ਏਕੜ ਇਸ ਤੋਂ ਪੁੱਛਨੇ ਆ ਵੀ ਇਸ ਦਾ ਕਿੰਨਾ ਖਰਚਾ ਹੋਇਆ ਹੈ ਹੁਣ ਤੱਕ ਤੇ ਟੋਟਲ ਕਿੰਨਾ ਹੋ ਜਾਵੇਗਾ ਤੇ ਇਹ ਵਿੱਚ ਉਹਨਾਂ ਮਜ਼ਦੂਰ ਲਗਾਏ ਹੋਏ ਨੇ ਤੇ ਇਹ ਕੀ ਕਰਦੇ ਪਏ ਨੇ ਇਹਨਾਂ ਦੀ ਕੀ ਵਜ੍ਹਾ ਇਹ ਕਿਉਂ ਲਗਾਏ ਹੋਏ ਨੇ ਤੇ ਉਹਨਾਂ ਨਾਲ ਆਓ ਚੱਲਦੇ ਹਾਂ ਗੱਲ ਕਰਨੇ ਆ ਜੀ। अस्सलाम वालेकुम जी अली रज़ा भाई। वालेकुम सलाम व रहमतुल्लाहि व बरकातहू व मग़फ़िरत। तो भाईजान ਇਹ ਜਿਹੜੀ ਸਬਜ਼ੀ ਬੀਜੀ ਹੋਈ ਹੈ ਜੀ ਜੀ ਇਸ ਦੇ ਬਾਰੇ ਸਾਨੂੰ ਤੁਸੀਂ ਦੱਸੋ ਵੀ ਤੁਸੀਂ ਪਹਿਲੇ ਇਸ ਦੇ ਉੱਪਰ ਛਾਪਰ ਲਗਾਇਆ ਸੀ ਹਾਂਜੀ ਤੇ ਹੁਣ ਉਤਾਰ ਦਿੱਤਾ ਛਾਪਰ ਕਿਵੇਂ ਲੱਗਾ ਹੋਇਆ ਹਾਂ ਨਾਲ ਮਜ਼ਦੂਰ ਛਾਪਰ ਉਤਾਰਦੇ ਪਏ ਠੀਕ ਹੋ ਗਿਆ ਤੇ ਇਸ ਦੇ ਬਾਰੇ ਤੁਸੀਂ ਸਾਨੂੰ ਨਾ ਇਸ ਫਸਲ ਦੇ ਬਾਰੇ ਦੱਸੋ ਵੀ ਤੁਹਾਡੇ ਦਿਲ 'ਚ ਕਿਉਂ ਖਿਆਲ ਆ ਵੀ ਤੁਸੀਂ ਇਹ ਗੰਦਮ ਜਾਂ ਰਵਾਇਤੀ ਫਸਲਾਂ ਛੱਡ ਕੇ ਇਸ ਵਾਲੀ ਤਰਫ ਆਏ ਜੇ ਸਬਜ਼ੀ ਵਾਲੀ ਕਾਸ਼ਤ ਦੀ ਤਰਫ ਇਹਦੇ ਬਾਰੇ ਸਾਨੂੰ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਕਹਾਣੀ ਸੁਣਾ ਦਿਓ ਮਿਹਰਬਾਨੀ ਕਰੋ। ਇੱਥੇ ਜੀ ਆਓ ਪਹਿਲੇ ਤਾਂ ਇਹਨੂੰ ਇੱਥੇ ਕੈਮਰਾ ਲਾਓ ਜੀ ਆ ਗੰਦ ਇਸ ਵਜ੍ਹਾ ਤੋਂ ਜ਼ਿਆਦਾ ਹੋਇਆ ਹੈ ਇੱਥੇ ਹੁਣ ਮੇਰੇ ਮਨੇ ਕਾਲ ਹੈ ਆ ਗੰਦ ਇਸ ਵਜ੍ਹਾ ਤੋਂ ਜ਼ਿਆਦਾ ਹੋਇਆ ਵੀ ਕਦੇ ਵੀ ਤੁਸੀਂ ਫਸਲ ਬੀਜੋ ਇਸ ਚੀਜ਼ਾਂ ਦੀ ਆ ਮਿਰਚਾਂ ਵਗੈਰਾ ਕੱਦੂ ਸ਼ਰੀਫ ਜਾਂ ਕੋਈ ਵੀ ਹੈ ਤੇ ਆ ਕੇ ਪੱਠਿਆਂ ਦੀ ਜ਼ਮੀਨ 'ਚ ਨਹੀਂ ਹੋਣੀ ਚਾਹੀਦੀ ਚਾਰੇ ਵਾਲੀ ਜ਼ਮੀਨ ਵਿੱਚ ਨਹੀਂ ਬੀਜਣੀ ਚਾਹੀਦੀ ਬਿਲਕੁਲ ਸਹੀ ਹਾਂਜੀ ਬਸ ਸੇਮ ਆਈ ਜ਼ਮੀਨ 'ਚ ਨਹੀਂ ਬੀਜਣੀ ਚਾਹੀਦੀ ਕਿਉਂਕਿ ਤੁਹਾਨੂੰ ਡਬਲ ਵਕਤ ਪੈ ਜਾ ਸੀ ਸਹੀ ਇਸ ਦੇ ਬਾਰੇ ਕੋਈ ਸਪਰੇਅ ਨਹੀਂ ਸੀ ਇਹ ਸਪਰੇ ਦੂਸਰੇ ਪੌਦੇ ਨੂੰ ਨੁਕਸਾਨ ਕਰता है। ਠੀਕ ਹੋ ਗਏ ਅੱਗੇ ਜੀ ਤੇ ਹੁਣ ਇਨਸ਼ਾਅੱਲਾ ਅੱਲਾਹ ਤਾਲਾ ਖੈਰ ਸੇ ਰੱਖੇ ਤਾਂ ਮਿਹਨਤ ਕਰਦੇ ਪਏ ਤੇ ਇਨਸ਼ਾਅੱਲਾ ਇਹਦਾ ਸਿਰਾ ਵੀ ਅੱਲਾਹ ਤਾਲਾ ਦੇਵੇਗਾ। ਸਹੀ ਆ ਕੱਦੂ ਸ਼ਰੀਫ ਨਾਲ ਹੈਗਾ ਨਾ ਹਰੀ ਮਿਰਚ ਹੈਗੀ ਆ ਹਰੀ ਮਿਰਚ ਅਸਾਂ ਇਹਦੇ ਮੇਰੇ ਆ ਹਰੀ ਮਿਰਚ ਹੈ ਜੀ ਆ ਕੱਦੂ ਸ਼ਰੀਫ ਹੈ ਅੱਜ 10 ਪੈਕਟ ਅਸਾਂ ਲਾਏ ਸੀ ਅੱਛਾ 10 ਪੈਕਟ ਉਹ ਤਕਰੀਬਨ ਬਣਦਾ ਹੈਗਾ ਜੀ 3200 ਪੌਦਾ ਬਣ ਜਾਂਦਾ ਹੈਗਾ 10 ਪੈਕਟ ਹੁੰਦੇ ਇੱਕ ਪੈਕਟ 300 ਤੋਂ 20 ਪੌਦੇ ਹੁੰਦੇ ਨੇ ਜੀ ਆ ਕੇ ਹਰੀ ਮਿਰਚ ਆ ਨਾ ਇਜ਼ਾਫੀ ਅਸਾਂ ਲਾ ਦਿੱਤੀ ਹੈਗੀ ਹੈ ਇਜ਼ਾਫੀ ਲਗਾ ਦਿੱਤੀ ਹਾਲਾਂਕਿ ਲੱਗਦਾ ਕੱਦੂ ਸ਼ਰੀਫ ਹੀ ਹੈ ਆ ਇਜ਼ਾਫੀ ਇਸ ਲਾ ਦਿੱਤੀ ਵੀ ਇਹਦੇ ਚ ਅੱਲਾਹ ਤਾਲਾ ਰੋਜ਼ੀ ਖਰਚਾ ਪਾਣੀ ਨਿਕਲ ਜਾਸੀ। ਇਹ ਤੁਹਾਡਾ ਟੋਟਲ ਜਿਹੜਾ ਨਾ ਖਰਚਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿੰਨਾ ਹੋ ਸਕਦਾ ਹੈ ਜਾਂ ਹੋਵੇਗਾ ਇਹ ਥੋੜੀ ਜਿਹੀ ਸਾਡਾ ਜੀ ਖਰਚਾ ਤਾਂ ਬੜਾ ਕਮ ਹੋਣਾ ਸੀ ਪਰ ਸਾਡੇ ਕੋਲ ਪਨੀਰ ਹੀ ਨਹੀਂ ਹੈਗਾ ਸੀ ਤੇ ਸਾਨੂੰ ਹੀ ਸਾਨੂੰ ਇਹਦੇ ਬਾਰੇ ਮਾਲੂਮਾਤ ਹੈਗੀ ਸੀ। ਅੱਛਾ ਇਹ ਪਨੀਰੀ ਪਨੀਰੀ ਅਸਾਂ ਖੁਦ ਖਰੀਦੀ ਹੈਗੀ ਹੈ ਜੀ ਤੇ ਇਹ ਬੀਜ ਤੁਸੀਂ ਥੈਲੇ ਵਾਲਾ ਪੈਕਿੰਗ ਲਿਆਂਦੀ ਹਾਈਬ੍ਰਿਡ ਹਾਂਜੀ ਹਾਈਬ੍ਰਿਡ ਠੀਕ ਹੋ ਆ ਇਸ ਵਜ੍ਹਾ ਸਾਡਾ ਖਰਚਾ ਹੋ ਗਿਆ ਜ਼ਿਆਦਾ ਅਗਰ ਆ ਨਾ ਹੁੰਦਾ ਤਾਂ ਕਮ ਸੇ ਕਮ ਸਾਡਾ 50 ਤੋਂ 60 ਹਜ਼ਾਰ ਖਰਚਾ ਹੋਵੇਗਾ ਤੇ ਹੁਣ ਸਾਡਾ ਖਰਚਾ ਕਮ ਸੇ ਕਮ ਇਹਦਾ ਜ਼ਿਆਦਾ ਤੋਂ ਜ਼ਿਆਦਾ ਤੇ ਕਮ ਸੇ ਕਮ 80 ਤੋਂ 90 ਹਜ਼ਾਰ ਤੱਕ ਖਰਚਾ ਹੋ ਗਿਆ। ਇਹਦੇ ਵਿੱਚ ਹੁਣ ਪਹਿਲੇ ਖਾਦ ਕਿੰਨੀ ਲਾ ਚੁੱਕੇ ਜੀ ਇਹਦੇ ਜੇ ਲੱਗ ਗਿਆ ਜੀ ਇੱਕ ਗੁਆਰਾ ਹੈ ਇੱਕ ਡੀਏਪੀ ਹੈ ਪੋਟਾਸ਼ ਹੈਗੀ ਹੈ ਉਸ ਤੋਂ ਹੱਟ ਤੇ ਜਨਾਬ ਸਲਫਰ ਵਗੈਰਾ ਜ਼ੈਂਕ ਵਗੈਰਾ ਹੈ ਤੇ ਹੁਣ ਪਾਣੀ ਇਸ ਨੂੰ ਕਦੋਂ ਲਗਾਉਣਾ ਹੈ ਜੀ ਹੁਣ ਆ 2 ਮਹੀਨੇ 10 ਦਿਨ ਦੀ ਫਸਲ ਹੋ ਗਈ ਹੈਗੀ ਹੈ ਅੱਛਾ ਤੇ ਹੁਣ ਇਨਸ਼ਾਅੱਲਾ ਜਨਵਰੀ ਤੇ ਫਰਵਰੀ ਦੇ ਮਹੀਨੇ 15 ਤਰੀਕ ਨੂੰ ਦਾ ਛਾਪਰ ਉਤਰ ਜਾਸੀ ਮੁਕੰਮਲ ਉਤਾਰ ਦਿੱਤਾ ਜਾਵੇਗਾ। ਤੇ ਹੁਣ ਤੁਸੀਂ ਸਿਰਫ ਦਿਨ ਦੇ ਟਾਈਮ ਉਤਾਰਦੇ ਜੇ ਤੇ ਸ਼ਾਮ ਨੂੰ ਫਿਰ ਲਗਾ ਦਿੰਦੇ ਨੇ ਨਹੀਂ ਸਿਰਫ ਹੁਣ ਅੱਜ ਉਤਾਰਾ ਹੈਗਾ ਤੇ ਸ਼ਾਮ ਤੱਕ ਇਹਨੂੰ ਅਸਾਂ ਕਵਰ ਕਰ ਲੈਣਾ ਹੈਗਾ ਸ਼ਾਮ ਤੱਕ ਦੁਬਾਰਾ ਲਗਾ ਦੇ ਸੋ ਸ਼ਾਮ ਤੱਕ ਦੁਬਾਰਾ ਲਗਾ ਦੇਵਾਂਗੇ ਦੁਬਾਰਾ ਲਗਾਉਣ ਤੋਂ ਬਾਅਦ ਫਿਰ 15 ਤਰੀਕ ਨੂੰ ਉਤਾਰਾਂਗੇ ਫਿਰ 15 ਸਿਰਫ ਪੱਕਾ ਉਤਾਰ ਦੇ ਹਾਂ ਹਵਾ ਖੋਰੀ ਵਾਸਤੇ ਉਹ ਸਾਈਡ ਤੋਂ ਦੋਨਾਂ ਛੋਟਾ ਨੁਕਰਾਂ ਤੇ ਨਾਲ ਮੂੰਹ ਖੋਲਣਾ ਵੀ ਹਵਾ ਵਿੱਚ ਲੱਗਦੀ ਰਹੇ ਉਹ ਵੀ ਦਿਨ ਆਏ ਦਿਨ ਜਿਸ ਟਾਈਮ ਮੌਸਮ ਸਾਫ ਧੁੱਪ ਹੋਵੇ ਠੀਕ ਹੋ ਗਿਆ ਹਾਂਜੀ। ਤੇ ਇਸ ਤੋਂ ਬਾਅਦ ਇਹਦੀ ਸਰਦੀ ਹੈਗੀ ਸੀ ਸਰਦੀ ਦੀ ਵਜ੍ਹਾ ਨਾਲ ਕਿਹੜੀ ਹੈ ਇਹਦੀ ਬਹੁਤ ਜ਼ਿਆਦਾ ਜਰਮੀਨੇਸ਼ਨ ਕੰਮ ਹੋਈ ਹੈ ਪੌਦੇ ਦੀ ਕੱਦੂ ਸ਼ਰੀਫ ਬਹੁਤ ਜ਼ਿਆਦਾ ਕੰਮ ਹੋਈ ਹੈ। ਮੈਂ 3200 ਪੌਦਾ ਲਗਾਇਆ ਸੀ ਤੇ 3200 ਜੋ ਕਮ ਸੇ ਕਮ 1700 ਹੋਇਆ ਹੈ। ਅੱਜ ਬੀਜ ਲਗਾਇਆ ਸਨ ਹਾਂਜੀ ਬੀਜ ਅੱਛਾ ਉਹ 1700 ਹੋਇਆ ਤੇ ਉਹਦੇ 1700 ਹੋਣ ਨਾ ਅਗਰ ਫਾਇਆ 1700 ਬਰਾਂ ਦਿੰਦਾ ਤੇ ਇਹਦੇ ਵਿੱਚ ਨੁਕਸਾਨ ਮਨ ਬਹੁਤ ਜ਼ਿਆਦਾ ਹੋ ਜਾਸੀ ਕਿਉਂਕਿ ਤਾਕਤ ਫਸਲ ਨੂੰ ਜਾਂ ਖੁਰਾਕ ਵਗੈਰਾ ਉਵੇਂ ਮਿਲਣੀ ਹੈਗੀ ਹੈ। ਇਹਦੇ ਬਾਵਜੂਦ ਫਿਰ ਮੈਂ ਇੱਕ ਹੋਰ ਦੋਸਤ ਨਾਲ ਮਸ਼ਵਰਾ ਕਰਤੇ ਫਿਰ ਉਹਨਾਂ ਮੈਨੂੰ ਹੋਰ ਮਜ਼ੀਦ ਮਸ਼ਵਰਾ ਦਿੱਤਾ ਹੈਗਾ ਵੀ ਇਹਦੇ ਨਾਲ ਤੁਸੀਂ ਹੋਰ ਪਨੀਰੀ ਗੱਡ ਲਓ ਵੀ ਉਹਦੇ ਨਾਲ ਤੁਸੀਂ ਕਮ ਸੇ ਕਮ 1000 ਪੌਦਾ ਹੋਰ ਕੱਢੋ ਉਹਦੇ ਨਾਲ ਤੁਹਾਨੂੰ ਰਹਿਨਮਾਈ ਮਿਲ ਜਾਸੀ ਵੀ ਜਿੱਥੇ ਕਮ ਸੇ ਕਮ 2 ਤੋਂ 2.5 ਫੁੱਟ ਤੱਕ ਜਿਹੜਾ ਹੈ ਨਾ ਪੌਦਾ ਹੋਣਾ ਚਾਹੀਦਾ ਜਿਸ ਤਰੀਕੇ ਇਹਦੇ ਮੈਂ ਤੁਹਾਨੂੰ ਦਿਖਾਣਾ ਇੱਕ ਪੌਦਾ ਲੱਗਾ ਖੜਾ ਇੱਕ ਲੱਗਾ ਖੜਾ ਉਦੋਂ ਲੱਗਾ ਖੜਾ ਉਦੋਂ ਲੱਗਾ ਖੜਾ ਠੀਕ ਤੇ ਇਹਦਾ ਹੁਣ ਇਹਦੇ ਦਰਮਿਆਨ ਵਿੱਚ ਨਹੀਂ ਹੈਗਾ ਇੱਥੇ ਵੀ ਨਹੀਂ ਹੈਗਾ ਇੱਥੇ ਵੀ ਨਹੀਂ ਹੈਗਾ ਕਿਉਂਕਿ ਫਾਸਲਾ ਜ਼ਿਆਦਾ ਹੋ ਗਿਆ
ਉਹਦੇ ਬਾਵਜੂਦ ਮੈਂ ਉਹ ਛਾਪਰ ਥੱਲੇ ਕਿਹੜਾ 1000 ਪੌਦਾ ਥੈਲੀਆਂ 'ਚ ਭਰ ਕੇ ਉਹ ਲਗਾ ਦਿੱਤਾ ਗਿਆ ਹੈ। ਪਨੀਰੀ ਲਗਾ ਦਿੱਤੀ, ਉਹਨੂੰ ਫਿਰ ਇੱਥੇ ਮੁੰਤਕਿਲ ਕਰੋਗੇ। ਉਹਨੂੰ ਫਿਰ ਉਹ ਮਿਰਚ ਦਾ ਹੈ, ਨਹੀਂ ਜੀ, ਉਹ ਕੱਦੂ ਸ਼ਰੀਫ ਦਾ। ਉਹ ਵੀ ਕੱਦੂ ਦਾ ਹੈ। ਹਾਂਜੀ, ਠੀਕ ਹੋ ਗਿਆ। ਉਹ ਉਸ ਤੋਂ ਬਾਅਦ ਫਿਰ ਕਿਹੜਾ ਉਹ ਸਾਨੂੰ ਆਸਾਨੀ ਪੈਦਾ ਹੋ ਜਾਸੀ ਤੇ ਇਨਸ਼ਾਅੱਲਾ ਅਸੀਂ ਕਿਹੜਾ ਨਾ ਇਹਦੇ ਤੇ ਉਹ ਫਾਸਲੇ ਮੁਤਾਬਕ 2 ਤੋਂ 2.5 ਫੁੱਟ ਦੇ ਦਰਮਿਆਨ ਅਸੀਂ ਲਾਉਂਦਾ ਜਾਵਾਂਗੇ, ਇੱਥੇ ਨਾਗਾ ਹੋਵੇਗਾ। ਸਹੀ। ਹਾਂ ਤੇ ਬਾਸ ਦੋਸਤ ਆਖਦੇ ਨੇ ਵੀ 1 ਏਕੜ ਤੇ ਮੈਂ 80000 ਲਗਾਇਆ ਜਾਂ 50000 ਲਗਾਇਆ ਹੈ ਤੇ ਇਹ ਮੇਰਾ ਹੋਵੇਗਾ 5 ਲੱਖ ਦਾ ਹੋਵੇਗਾ, 4 ਲੱਖ ਦਾ ਹੋਵੇਗਾ। क्या ਤੁਹਾਨੂੰ ਵੀ ਕੋਈ ਅੰਦਾਜ਼ਾ ਹੈ ਵੀ ਇਹ ਵੱਧ ਤੋਂ ਵੱਧ ਕਿਤਨੇ ਦਾ ਹੋ ਸਕਦਾ ਹੈ? ਇਸ ਦੇ ਬਾਰੇ ਤੁਸੀਂ ਕੁਝ ਕਹਿ ਸਕਦੇ ਜੇ ਜਾਂ ਕਬਲ ਵਕਤ ਹੈ ਵੀ ਜਦੋਂ ਵਕਤ ਆਵੇਗਾ ਤਾਂ ਫਿਰ ਤੁਸੀਂ ਦੱਸੋਗੇ ਇਸ ਦੇ ਬਾਰੇ? ਇਨਸ਼ਾਅੱਲਾ ਹੁਣ ਤਾਂ ਮਿਹਨਤ ਹੁੰਦੀ ਪਈ ਹੈ ਤੇ ਉਸ ਤੋਂ ਬਾਅਦ ਬੰਦਾ ਕਰਦਾ ਕੁਛ ਹੈ, ਹੁੰਦਾ ਕੁਛ ਹੈ। ਸਹੀ। ख्वाब नहीं ਵੇਖਣਾ ਚਾਹੀਦਾ, ਅੱਲਾਹ ਤੇ ਯਕੀਨ ਰੱਖਣਾ ਚਾਹੀਦਾ। ਤੇ ਕੋਈ ਅੰਦਾਜ਼ਾ ਵੀ ਨਹੀਂ ਹੈ ਤੁਹਾਨੂੰ ਵੀ ਲੱਖ ਦਾ ਹੋ ਸਕਦਾ, 2 ਦਾ ਹੋ ਸਕਦਾ? ਅੰਦਾਜ਼ਾ ਕੀਤਾ ਜਾ ਸਕਦਾ ਵੀ ਇਨਸ਼ਾਅੱਲਾ ਇਹਦੇ ਨੁਕਸਾਨ ਨਹੀਂ ਹੋਵੇਗਾ। ਨੁਕਸਾਨ ਨਹੀਂ ਹੋਵੇਗਾ। ਚਲੋ ਠੀਕ ਹੈ ਜਨਾਬ। ਅਲੀ ਰਜ਼ਾ ਸਾਹਿਬ, ਮਿਹਰਬਾਨੀ ਮੌਲਵੀ ਸਾਹਿਬ ਤੁਹਾਡੀ, ਤੁਸੀਂ ਬੜੀਆਂ ਕੰਮ ਦੀਆਂ ਗੱਲਾਂ ਦੱਸੀਆਂ ਹੈਗੀਆਂ ਨੇ। ਤੇ ਇਸ ਤੋਂ ਬਾਅਦ ਇੱਕ ਹੋਰ ਪੁੱਛਣਾ ਸੀ ਵੀ ਇਹ ਨੈਕਸਟ ਵੀ ਤੁਸੀਂ ਜਦੋਂ ਪਾਣੀ ਲਾਉਣਾ ਫਿਰ ਮਜ਼ੀਦ ਖਾਦ ਲਾਓਗੇ ਹੋਰ? ਹਾਂਜੀ, ਮਜ਼ੀਦ ਉਸ ਟਾਈਮ ਸਿਰਫ ਡੀਏਪੀ ਲਾਵਾਂਗੇ, ਹੋਰ ਕੋਈ ਚੀਜ਼ ਨਹੀਂ। ਇੱਕ ਡੀਏਪੀ ਤੇ ਇੱਕ ਯੂਰੀਆ। ਇੱਕ ਯੂਰੀਆ। ਤੇ ਪਾਣੀ ਫਿਰ ਜਦੋਂ ਬੱਤਰ ਆਵੇਗੀ ਤੇ ਪਾਣੀ ਲਗਾਉਣਾ ਆ ਫਿਰ ਇਨਸ਼ਾਅੱਲਾ ਅੱਲਾਹ ਤਾਲਾ ਫਰਵਰੀ ਦੇ 15 ਤਰੀਕ ਛਾਪਰ ਉਤਾਰ ਦਿੱਤਾ ਜਾਵੇਗਾ। ਉਸ ਤੋਂ ਪਾਣੀ ਲਾਵਾਂਗੇ 15 ਪਾਣੀ ਲਾਉਣ ਤੋਂ ਬਾਅਦ ਠੀਕ ਤਕਰੀਬਨ 20 ਤੋਂ 25 ਦਿਨ ਜਾਂ 1 ਮਹੀਨੇ ਬਾਅਦ ਆ ਫਲ ਇਹਨੂੰ ਲੱਗਣਾ ਸ਼ੁਰੂ ਹੋ ਜਾਵੇਗਾ ਕੱਦੂ ਸ਼ਰੀਫ। ਫਰਵਰੀ ਵਿੱਚ? ਨਹੀਂ, ਫਰਵਰੀ ਤੋਂ 15 ਤਰੀਕ ਨਹੀਂ, ਜਨਵਰੀ ਮਾਰਚ ਵਿੱਚ। ਮਾਰਚ ਦੀ 15 ਮਿਰਚਾਂ ਤਾਂ ਮਾਸ਼ਾਅੱਲਾ ਕਿਧਰੇ ਨਾ ਹਾਂ ਫੁੱਲ ਪੈਂਦੇ ਪਏ ਇਨਸ਼ਾਅੱਲਾ ਇਸ ਤੋਂ ਮਜ਼ੀਦ ਜ਼ਿਆਦਾ ਇਹਨੂੰ ਫੁੱਲ ਪੈ ਜਾਣੇ ਸੀ ਅਗਰ ਅਸੀਂ ਸਪਰੇਅ ਕਰ ਦਿੰਦੇ ਤਾਂ। ਚਲੋ ਠੀਕ ਹੈ। ਮੌਸਮ ਖਰਾਬ ਹੋਣ ਦੀ ਵਜ੍ਹਾ ਨਾਲ ਅਸੀਂ ਨਹੀਂ ਪਹੁੰਚ ਸਕੇ। ਬੜੀ ਮਿਹਰਬਾਨੀ ਜਨਾਬ, ਤੁਸੀਂ ਬੜੀ ਆਪਣਾ ਕੀਮਤੀ ਟਾਈਮ ਵੀ ਦਿੱਤਾ ਤੇ ਸਾਨੂੰ ਮਾਲੂਮਾਤ ਵੀ ਦਿੱਤੀ। ਠੀਕ ਹੈ ਭਾਈ। ਤੇ ਨੈਕਸਟ ਤੁਹਾਡੇ ਤੋਂ ਮਸ਼ਵਰਾ ਵੀ ਲਵਾਂਗੇ ਜਦੋਂ ਤੁਹਾਡੀ ਇਹ ਫਸਲ ਮੁਕੰਮਲ ਹੋਵੇਗੀ। ਆਪਣੇ ਸਾਰੇ ਦੋਸਤਾਂ ਨੂੰ ਇਨਸ਼ਾਅੱਲਾ ਤਾਲਾ ਨਾਲ ਆਗਾਹ ਕਰਾਂਗੇ, ਦੱਸਾਂਗੇ ਵੀ ਮੌਲਵੀ ਸਾਹਿਬ ਨੇ 80000 ਲਾਉਣ ਤੋਂ ਬਾਅਦ ਕੀ ਕੁਝ ਹਾਸਲ ਕੀਤਾ ਹੈ ਇਨਸ਼ਾਅੱਲਾ। ਤੇ ਦੋਸਤੋ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਚਾਹਨਾ ਆਪਣੇ ਸਾਰੇ ਭਰਾ ਦੋਸਤਾਂ ਤੋਂ, ਤੇ ਅਗਲੀ ਵੀਡੀਓ 'ਚ ਫਿਰ ਮੁਲਾਕਾਤ ਹੋਵੇਗੀ। ਤੁਹਾਡਾ ਮੇਜ਼ਬਾਨ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿस्तान जिंदाबाद।